ਤੁਸੀਂ ਬਾਕੀ ਕੰਸਲਟੈਂਟ ਦੀ ਛੱਡੋ, ਤੁਸੀਂ ਕੀ ਐਫਰਟ ਕਰ ਰਹੇ ਹੋ ਇਸ ਚੀਜ਼ ਵਾਸਤੇ? ਇਨੀਸ਼ੀਅਲ ਆਪਾਂ ਇਹੀ ਐਫਰਟਸ ਕਰ ਰਹੇ ਹਾਂ ਕਿ ਆਪਾਂ ਇੱਕ ਵਰਲਡ ਐਜੂਕੇਸ਼ਨ ਸੈਮੀਨਾਰ ਲੈ ਕੇ ਆ ਰਹੇ ਹਾਂ 11 ਤਰੀਕ ਤੋਂ ਲੈ ਕੇ 14 ਤਰੀਕ ਤੱਕ। ਦੂਸਰਾ ਰੀਜ਼ਨ ਇਹ ਹੈ ਕਿ ਉਸ ਸੈਮੀਨਾਰ ਦੇ ਵਿੱਚ ਆਪਾਂ ਸਾਰੀ ਕੰਟਰੀਜ਼ ਲਈ ਪ੍ਰਮੋਟ ਕਰ ਰਹੇ ਹਾਂ। ਅੱਛਾ। ਚਾਹੇ ਉਹ ਕੈਨੇਡਾ ਹੈ, ਚਾਹੇ ਆਸਟ੍ਰੇਲੀਆ ਹੈ, ਚਾਹੇ ਉਹ ਯੂਕੇ ਹੈ, ਚਾਹੇ ਉਹ ਯੂਰਪ ਹੈ, US ਹੈ, ਸਿੰਗਾਪੁਰ, ਹਰ ਕੰਟਰੀ। ਇਹਦੇ ਵਿੱਚ ਸਿਰਫ ਔਰ ਸਿਰਫ ਕਲਾਇੰਟ ਨੂੰ ਕਾਉਂਸਲਿੰਗ ਕਰਾਂਗੇ। ਸਾਡੀ ਉਹ ਐਡ ਨਹੀਂ ਹੈ ਕਿ ਸਾਡੇ ਕੋਲ ਓਰੀਜਨਲ ਡਾਕੂਮੈਂਟ ਲੈ ਕੇ ਆਓ, ਨਹੀਂ, ਸਾਨੂੰ ਡਾਕੂਮੈਂਟ ਨਹੀਂ ਚਾਹੀਦੇ। ਤੁਸੀਂ ਸਾਡੇ ਆਫਿਸ ਸੈਮੀਨਾਰ ਦਾ ਹਿੱਸਾ ਬਣੋ, ਆਪਣੀ ਇਨਕੁਆਰੀਆਂ ਨੂੰ ਸਾਡੇ ਨਾਲ ਮਿਲ ਕੇ ਸੋਲਵ ਕਰੋ, ਔਰ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਇਨਕੁਆਰੀਆਂ ਸੌਰਟ ਆਊਟ ਹੋ ਗਈਆਂ, ਤੁਸੀਂ ਸਾਡੇ ਕੋਲ ਅਪਲਾਈ ਕਰ ਸਕਦੇ ਹੋ। ਨਾ ਇਸ ਸੈਮੀਨਾਰ ਦੀ ਕੋਈ ਕੰਪਨੀ ਚਾਰਜ ਕਰ ਰਹੀ ਹੈ, ਨਾ ਕੰਪਨੀ ਐਡਵਾਂਸ ਕੋਈ ਲੈ ਰਹੀ ਹੈ, ਨਾ ਕੰਪਨੀ ਆਫਟਰ ਵੀਜ਼ਾ ਕੁਝ ਲੈ ਰਹੀ ਹੈ। यानी शुरू तो लेके एंड तक सारी सर्विस फ्री ऑफ कॉस्ट है। हाँ, कॉलेज फीस बच्चा आप भरेगा, मेडिकल बच्चा आप कराएगा, एम्बेसी फीस आप भरेगा, बट कंपनी वालों बिफोर और आफ्टर कोई फीस नहीं है। फ्री ਦੇ ਨਾਮ ਦੇ ਵਿੱਚ ਬੱਚਿਆਂ ਦੇ ਨਾਲ ਤੁਸੀਂ ਤਾਂ ਨਹੀਂ ਫਿਰ ਬਾਕੀ ਕੰਸਲਟੈਂਟ ਵਾਲਾ ਕੰਮ ਕਰੋਗੇ? और वो बच्चे ਨੂੰ ਸਾਨੂੰ ਲੱਗਦਾ ਕਿ ਉਹਦੀ ਆਈਲੈਟਸ ਰਿਕੁਆਇਰਮੈਂਟ ਫੁੱਲਫਿਲ ਨਹੀਂ ਹੈ। ਜਿਵੇਂ 2 ਚੋਂ 5.5 ਤੇ ਕੈਨੇਡਾ ਅਪਲਾਈ ਕਰੋ, 5 ਤੋਂ ਕਰੋ, ਉਹਨਾਂ ਬੱਚਿਆਂ ਨੂੰ ਅਗਰ ਰਿਕੁਆਇਰਮੈਂਟ ਨਹੀਂ ਹੈ, ਕੰਪਨੀ ਵੱਲੋਂ 15 ਦਿਨ ਦੀ ਫ੍ਰੀ ਆਫ ਕਾਸਟ ਆਈਲੈਟਸ ਔਰ ਪੀਟੀ ਦੀ ਟ੍ਰੇਨਿੰਗ ਵੀ ਦਵਾਂਗੇ। ਚਾਹੇ ਬੱਚਾ ਆਨਲਾਈਨ ਪੜ੍ਹ ਲੇ, ਚਾਹੇ ਬੱਚਾ ਆਫਲਾਈਨ ਪੜ੍ਹ ਲੇ, ਕੋਈ ਪੈਸਾ ਨਹੀਂ। ਇਹ ਨਹੀਂ ਕਿ 15 ਦਿਨ ਦੀ ਫ੍ਰੀ ਉਸ ਤੋਂ 2 ਮਹੀਨੇ ਪੈਸੇ ਨਹੀਂ। ਏਜੰਟ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ, ਕਦੀ ਕਿਸੇ ਚੀਜ਼ ਦੇ ਨਾਂ ਤੇ ਬੱਚਿਆਂ ਨੂੰ ਬੇਵਕੂਫ ਬਣਾਉਂਦੇ ਨੇ, ਕਦੀ ਕਿਸੇ ਚੀਜ਼ ਤੇ। ਹੁਣ ਨਵਾਂ ਏਜੰਟਾਂ ਨੇ ਫੜ ਲਿਆ ਕਿ ਬਾਇਓਮੈਟ੍ਰਿਕ ਦੇ ਨਾਂ ਤੇ ਬੱਚਿਆਂ ਤੋਂ ਪੈਸੇ ਲਿੱਤੇ ਜਾ ਰਹੇ ਨੇ। ਕਿਉਂ ਨਹੀਂ ਬਾਜ਼ ਆ ਰਹੇ ਏਜੰਟ ਆਪਣੀਆਂ ਹਰਕਤਾਂ ਤੋਂ? VFS ਤੋਂ ਪਹਿਲਾਂ ਅਗਰ ਗੱਲ ਕਰੋ ਤਾਂ ਪਹਿਲਾਂ ਕੀ ਹੁੰਦਾ ਸੀ, ਜਦੋਂ ਪਾਸਪੋਰਟ ਦੀਆਂ ਰਿਕੁਐਸਟ ਆਉਣੀਆਂ ਸ਼ੁਰੂ ਹੋਈਆਂ ਸੀ, ਉਦੋਂ ਵੀ ਕੰਸਲਟੈਂਟ ਬਾਜ਼ ਨਹੀਂ ਆ ਰਹੇ ਸੀ। ਉਦੋਂ ਵੀ ਕੰਸਲਟੈਂਟ ਕਹਿ ਰਹੇ ਸੀ ਕਿ ਤੁਹਾਡੇ ਅਗਰ ਪਾਸਪੋਰਟ ਦੀ ਰਿਕੁਐਸਟ ਨਹੀਂ ਆਈ, ਮੈਨੂੰ 5, 10, 15, 20 ਹਜ਼ਾਰ ਰੁਪਏ ਦੇ ਦਿਓ, ਮੈਂ ਤੁਹਾਨੂੰ ਪਾਸਪੋਰਟ ਦੀ ਰਿਕੁਐਸਟ ਕਰ ਦੇਣਾ। ਜਦਕਿ ਜਿਹੜਾ ਵੀ ਹਾਈ ਕਮਿਸ਼ਨ ਦਾ ਵੈਬੀਨਾਰ ਹੈ, VFS ਦੀ ਆਫੀਸ਼ੀਅਲ ਵੈਬਸਾਈਟ ਤੇ ਕਲੀਅਰ ਹੈ, ਸਾਡਾ ਕੋਈ ਮੈਥਡ ਮੈਨੂਅਲ ਨਹੀਂ ਹੈ, ਸਾਰਾ ਮੈਥਡ ਆਨਲਾਈਨ। ਕਿੰਨੇ ਪੈਸੇ ਬੱਚੇ ਦੇ ਲੱਗ ਜਾਂਦੇ, ਕਈ ਮਾਪੇ ਗਹਿਣੇ ਧਰ ਕੇ ਫੀਸਾਂ ਭਰਦੇ ਨੇ ਤੇ ਉਤੋਂ ਹੋਰ ਉਹਨਾਂ ਦੀ ਬੱਚਿਆਂ ਦੀ ਲੁੱਟ ਕੀਤੀ ਜਾ ਰਹੀ ਹੈ। ਏਜੰਟ ਦੀ ਵੀ ਗਲਤੀ ਹੈ, ਬੱਚਿਆਂ ਦੀ ਵੀ ਗਲਤੀ। ਕੋਈ ਬੱਚਿਆਂ ਨੂੰ ਵਾਰ-ਵਾਰ ਆਪਾਂ ਸ਼ੋਅ ਦੇਖਦੇ ਪਏ ਹਾਂ, ਹਰ ਪਾਸੇ ਸ਼ੋਅ ਚੱਲਦਾ ਵਾ, VFS ਖੁੱਲ ਗਿਆ, VFS ਖੁੱਲ ਗਿਆ। ਕਿਤੇ ਵੀ ਸ਼ੋਅ ਦੇ ਵਿੱਚ ਕੋਈ ਇਦਾਂ ਦਾ ਸ਼ੋਅ ਨਹੀਂ ਚੱਲ ਜਿੰਦੇ 'ਚ ਇਹ ਬੱਚਾ ਪੁੱਛੇ, ਇਹ ਸਵਾਲ ਹੋਇਆ ਹੋਵੇ ਕਿ ਭਈਆ ਜਿਹੜੇ ਬੱਚੇ ਜਨਵਰੀ ਇੰਟੇਕ ਦਾ ਵੀਜ਼ਾ ਨਹੀਂ ਹੈ ਉਹ ਕੀ ਕਰਨ। ਅਸਲ 'ਚ ਫੀਸ ਕਿੰਨੀ ਹੈ ਬਾਇਓਮੈਟ੍ਰਿਕਸ ਦੀ? ਅਸਲ ਵਿੱਚ ਬਾਇਓਮੈਟ੍ਰਿਕਸ ਦੀ ਕੋਈ ਫੀਸ ਨਹੀਂ ਹੈ। ਕਿੱਥੇ ਕਿੱਥੇ ਸੈਮੀਨਾਰ ਹੋ ਰਹੇ ਨੇ ਤੇ ਕਿਹੜੀ ਤਰੀਕ ਹੋ ਰਹੀ ਹੈ, ਇੱਕ ਵਾਰੀ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ। ਦੇਖੋ, ਸਾਡਾ ਸੈਮੀਨਾਰ ਹੋ ਰਿਹਾ 11 ਤਰੀਕ ਨੂੰ ਚੰਡੀਗੜ੍ਹ ਆਫਿਸ ਹੈ, ਸੈਕਟਰ 8C ਮੱਧੇ ਮਾਰਗ। 12 ਤਰੀਕ ਨੂੰ ਪਟਿਆਲਾ ਲੀਲਾ ਭਵਨ, ਔਰ 14 ਤਰੀਕ ਨੂੰ ਲੁਧਿਆਣਾ ਹੈੱਡ ਆਫਿਸ ਦੇ ਵਿੱਚ ਹੋ ਰਿਹਾ। ਇਹ 3 ਸੈਮੀਨਾਰ ਦੇ ਵਿੱਚ ਕੰਪਨੀ ਦਾ ਸਾਰਾ ਸਟਾਫ ਇੰਕਲੂਡਿੰਗ ਮੈਂ ਉਸ ਬ੍ਰਾਂਚ 'ਚ ਜਾਵਾਂਗੇ। ਜਿੰਨੇ ਵੀ ਕਲਾਇੰਟ ਸਾਡੇ ਕੋਲ ਆਉਣਗੇ ਉਹਨਾਂ ਦੀ 1-to-1 ਕਾਉਂਸਲਿੰਗ ਕਰਾਂਗੇ, ਉਹਨਾਂ ਦੇ ਡਾਊਟਸ ਕਲੀਅਰ ਕਰਾਂਗੇ, ਇਹ ਦੱਸ ਦਾਂਗੇ ਤੁਸੀਂ ਐਲੀਜੀਬਲ ਹੋ ਜਾਂ ਨਹੀਂ ਐਲੀਜੀਬਲ। ਕੈਨੇਡਾ ਜਾਣ ਵਾਸਤੇ ਬੱਚੇ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਬਾਇਓਮੈਟ੍ਰਿਕ ਖੁੱਲਣਗੇ ਤੇ ਕਦੋਂ ਉਹ ਕੈਨੇਡਾ ਜਾ ਸਕਣਗੇ। ਤਾਂ ਜਦੋਂ ਕੈਨੇਡਾ ਸਰਕਾਰ ਨੇ ਬਾਇਓਮੈਟ੍ਰਿਕ ਖੋਲ੍ਹੇ, VFS ਖੁੱਲ੍ਹੇ, ਤਾਂ ਬੱਚਿਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਸੀ ਕਿ ਹੁਣ ਉਹਨਾਂ ਦੇ ਬਾਇਓਮੈਟ੍ਰਿਕ ਹੋਣਗੇ ਅਤੇ ਉਹ ਕੈਨੇਡਾ ਜਾਣਗੇ। ਪਰ ਕਈ ਏਜੰਟ ਹਜੇ ਵੀ ਬਾਜ਼ ਨਹੀਂ ਆਉਂਦੇ, ਬੱਚਿਆਂ ਨੂੰ, ਉਹਨਾਂ ਦੇ ਮਾਪਿਆਂ ਨੂੰ ਲੁੱਟਣ ਤੋਂ ਨਹੀਂ ਹਜੇ ਬਾਜ਼ ਆ ਰਹੇ। ਲਗਾਤਾਰ ਜਿਹੜੀ ਬੱਚਿਆਂ ਦੀ ਉਹ ਲੁੱਟ ਕੀਤੀ ਜਾ ਰਹੀ ਹੈ, ਕਦੇ ਕਿਸੇ ਚੀਜ਼ ਦੇ ਨਾਂ 'ਤੇ ਕੀਤੀ ਜਾਂਦੀ ਸੀ ਤੇ ਹੁਣ ਬਾਇਓਮੈਟ੍ਰਿਕ ਦੇ ਨਾਂ 'ਤੇ ਕੀਤੀ ਜਾ ਰਹੀ ਹੈ। ਬੱਚਿਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਏਜੰਟਾਂ ਵੱਲੋਂ। ਕੀ ਇਹ ਸਾਰਾ ਚੱਕਰ ਹੈ? ਕਿਉਂ ਏਜੰਟ ਤੰਗ ਕਰ ਰਹੇ ਆ ਬੱਚਿਆਂ ਨੂੰ ਤੇ ਬਾਇਓਮੈਟ੍ਰਿਕ ਦੇ ਨਾਂ 'ਤੇ ਵੱਡੀ ਅਮਾਊਂਟ ਜਿਹੜੀ ਹੈ ਬੱਚਿਆਂ ਤੋਂ ਲਈ ਜਾ ਰਹੀ ਹੈ? ਇਸ ਸਭ 'ਤੇ ਹੀ ਗੱਲਬਾਤ ਕਰਨ ਲਈ ਸਾਡੇ ਨਾਲ ਇਮੀਗ੍ਰੇਸ਼ਨ ਐਕਸਪਰਟ ਹਨੀਸ਼ ਉੱਪਲ ਜੀ ਮੌਜੂਦ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹਨੀਸ਼ ਜੀ, ਏਜੰਟ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ, ਕਦੀ ਕਿਸੇ ਚੀਜ਼ ਦੇ ਨਾਂ 'ਤੇ ਬੱਚਿਆਂ ਨੂੰ ਬੇਵਕੂਫ ਬਣਾਉਂਦੇ ਨੇ, ਕਦੀ ਕਿਸੇ ਚੀਜ਼ 'ਤੇ। ਹੁਣ ਨਵਾਂ ਏਜੰਟਾਂ ਨੇ ਫੜ ਲਿਆ ਕਿ ਬਾਇਓਮੈਟ੍ਰਿਕ ਦੇ ਨਾਂ 'ਤੇ ਬੱਚਿਆਂ ਤੋਂ ਪੈਸੇ ਲਿੱਤੇ ਜਾ ਰਹੇ ਨੇ। ਕਿਉਂ ਨਹੀਂ ਬਾਜ਼ ਆ ਰਹੇ ਏਜੰਟ ਆਪਣੀਆਂ ਹਰਕਤਾਂ ਤੋਂ? ਦੇਖੋ, ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਜਿਹੜੇ ਕੰਸਲਟੈਂਟ ਇਹ ਚੀਜ਼, ਜਿਹੜੇ ਏਜੰਟ ਇਹ ਚੀਜ਼ ਕਰ ਰਹੇ ਆ, ਉਹ ਇੱਕ ਆਪਣੇ ਆਪ ਹੀ ਬਹੁਤ ਵੱਡਾ ਗਲਤ ਹੈ ਕੰਮ ਜੀ। ਹੁਣ ਸੱਚਾਈ ਕੀ ਹੈ ਕਿ ਸੱਚਾਈ ਇਹ ਹੈ ਕਿ ਜਿਹੜਾ VFS ਹੈ, VFS ਦੇ ਅੰਦਰ ਹੁੰਦਾ ਕੀ ਪਿਆ ਸਿਸਟਮ ਕਿ VFS ਦੇ ਅੰਦਰ ਆਪਾਂ ਕੋਈ ਵੀ ਜਦੋਂ ਬਾਇਓਮੈਟ੍ਰਿਕਸ ਖੁੱਲੇ ਹੈ ਤਾਂ ਸਾਰਾ ਪ੍ਰੋਸੈਸ ਆਨਲਾਈਨ ਹੈ। VFS ਤੋਂ ਪਹਿਲਾਂ ਅਗਰ ਗੱਲ ਕਰੋ ਤਾਂ ਪਹਿਲਾਂ ਕੀ ਹੁੰਦਾ ਸੀ, ਜਦੋਂ ਪਾਸਪੋਰਟ ਦੀਆਂ ਰਿਕੁਐਸਟ ਆਉਣੀਆਂ ਸ਼ੁਰੂ ਹੋਈਆਂ ਸੀ, ਉਦੋਂ ਵੀ ਕੰਸਲਟੈਂਟ ਬਾਜ਼ ਨਹੀਂ ਆ ਰਹੇ ਸੀ। ਉਦੋਂ ਵੀ ਕੰਸਲਟੈਂਟ ਕਹਿ ਰਹੇ ਸੀ ਕਿ ਤੁਹਾਡੇ ਅਗਰ ਪਾਸਪੋਰਟ ਦੀ ਰਿਕੁਐਸਟ ਨਹੀਂ ਆਈ, ਮੈਨੂੰ 5, 10, 15, 20 ਹਜ਼ਾਰ ਰੁਪਏ ਦੇ ਦਿਓ, ਮੈਂ ਤੁਹਾਨੂੰ ਪਾਸਪੋਰਟ ਦੀ ਰਿਕੁਐਸਟ ਕਰ ਦੇਣਾ। ਜਦਕਿ ਜਿਹੜਾ ਵੀ ਹਾਈ ਕਮਿਸ਼ਨ ਦਾ ਵੈਬੀਨਾਰ ਹੈ, VFS ਦੀ ਆਫੀਸ਼ੀਅਲ ਵੈਬਸਾਈਟ ਤੇ ਕਲੀਅਰ ਹੈ, ਸਾਡਾ ਕੋਈ ਮੈਥਡ ਮੈਨੂਅਲ ਨਹੀਂ ਹੈ, ਸਾਰਾ ਮੈਥਡ ਆਨਲਾਈਨ ਹੈ। ਕੰਸਲਟੈਂਟ ਇਸ ਚੀਜ਼ ਨੂੰ ਸਮਝ ਵੀ ਰਿਹਾ ਹੈ, ਬੱਚਾ ਸਮਝ ਕੇ ਵੀ ਅਣਜਾਣ ਮੰਨ ਰਿਹਾ ਹੈ।
ਹੁਣ VFS ਦੇ ਆਪਸ਼ਨ ਕੀ ਕਿ ਜਦੋਂ ਵੀ ਪਾਸਪੋਰਟ ਜਮ੍ਹਾਂ ਕਰਾਣਾ ਹੈ ਜਾਂ ਬਾਇਓਮੈਟ੍ਰਿਕਸ ਕਰਾਣਾ, ਦੋਨੋਂ ਚੀਜ਼ਾਂ ਆਨਲਾਈਨ ਹੈ। ਉਹਦੇ ਵਿੱਚ ਕੋਈ ਵੀ ਬੰਦਾ, ਇਹ ਤਾਂ ਹੁਣ ਸਟੂਡੈਂਟ ਨੂੰ ਸਮਝਣਾ ਪਏਗਾ, ਕੋਈ ਵੀ ਬੰਦਾ ਇਹਦੇ ਵਿੱਚ ਕੋਈ ਇਦਾਂ ਦਾ ਨਹੀਂ ਕਰ ਸਕਦਾ ਜਿੰਦੇ 'ਚ ਆਪਾਂ ਕਹਿੰਦੇ ਬਾਇਓਮੈਟ੍ਰਿਕਸ ਜਲਦੀ ਆ ਜਾਣ। ਬਾਇਓਮੈਟ੍ਰਿਕਸ ਦਾ ਪ੍ਰੋਸੀਜਰ ਬੜਾ ਸਿੱਧਾ ਰਿਹਾ ਹੈ ਕਿ ਤੁਸੀਂ ਆਪਣੀ ਆਨਲਾਈਨ ਵੈਬ ਫਾਰਮ ਦੇ ਥਰੂ ਫਾਰਮ ਅਪਲੋਡ ਕਰੋ, ਤੁਹਾਨੂੰ ਓਕੇ ਆਏਗੀ ਰਿਪੋਰਟ, ਉਸ ਤੋਂ ਤੁਹਾਨੂੰ ਡੇਟ ਔਰ ਟਾਈਮ ਬਾਈ ਮੇਲ ਆ ਜਾਏਗਾ, ਤੁਸੀਂ ਆਪਣੀ ਬਾਇਓਮੈਟ੍ਰਿਕਸ ਕਰਾ ਦਿਓ। ਬਟ ਅਗੇਨ ਕੰਸਲਟੈਂਟ ਉਹਨਾਂ ਨੂੰ ਕੀ ਏਜੰਟ ਕੀ ਕਹਿ ਰਿਹਾ ਕਿ ਤੇਰੀ ਬਾਇਓਮੈਟ੍ਰਿਕਸ ਮੈਂ ਜਲਦੀ ਕਰਾ ਦੂੰਗਾ। 5000 ਤੋਂ ਲੈ ਕੇ 10000 15000 20000 ਰੁਪਏ ਤੱਕ ਦਾ ਚਾਰਜ ਹੈ ਬਾਇਓਮੈਟ੍ਰਿਕਸ ਕਰਾਉਣ ਦਾ, ਜਦਕਿ ਸਾਰੀ ਸਰਵਿਸ ਫ੍ਰੀ ਆਫ ਕਾਸਟ ਹੈ। ਇਹ ਕਿਉਂ ਇਦਾਂ ਏਜੰਟ ਬਾਰ-ਬਾਰ ਕਿਉਂ ਬੱਚਿਆਂ ਦੀ ਲੁੱਟ ਕਰਨ ਤੇ ਲੱਗੇ ਹੋਏ ਨੇ? ਬੱਚਾ ਅੱਗੇ ਬਹੁਤ ਪਰੇਸ਼ਾਨ ਹੈ, ਕਿੰਨੇ ਪੈਸੇ ਬੱਚੇ ਦੇ ਲੱਗ ਜਾਂਦੇ, ਕਈ ਮਾਪੇ ਗਹਿਣੇ ਧਰ ਕੇ ਫੀਸਾਂ ਭਰਦੇ ਨੇ ਤੇ ਉਤੋਂ ਹੋਰ ਉਹਨਾਂ ਦੀ ਬੱਚਿਆਂ ਦੀ ਲੁੱਟ ਕੀਤੀ ਜਾ ਰਹੀ ਹੈ। ਦੇਖੋ ਪਤਾ ਹੀ ਗੱਲ ਹੈ, ਹੁਣ ਸੱਚਾਈ ਕੀ ਹੈ, ਜਿਹੜਾ ਬੱਚਾ ਬਾਹਰ ਜਾਣਾ ਸੀਗਾ ਉਹਨੇ ਜਨਵਰੀ ਦੇ ਪੈਸੇ ਭਰੇ ਹੋਏ ਆ, ਜਨਵਰੀ ਦਾ ਮਈ ਹੋ ਗਿਆ, ਮਈ ਦਾ ਸਤੰਬਰ ਹੋ ਗਿਆ, ਸਤੰਬਰ ਦਾ ਜਨਵਰੀ ਹੋ ਗਿਆ। ਜਿਹੜੇ ਬੱਚੇ ਨੇ ਪੈਸੇ ਭਰੇ ਆ ਉਹਨੇ ਕਿੱਥੋਂ ਵਿਆਜ ਲੈ ਕੇ ਪੈਸੇ ਭਰੇ ਆ, ਅੱਜ ਵੀ ਕਿਸ਼ਤਾਂ ਚੱਲ ਰਹੀਆਂ। ਬਟ ਕੰਸਲਟੈਂਟ ਕੀ ਸੋਚਦਾ ਪਿਆ, ਅਗਰ ਮੈਂ ਅੱਜ ਇਹਦੇ ਕੋਲ ਪੈਸੇ ਕਮਾ ਲਾਂਗਾ, ਮੇਰੇ ਲਈ ਇੱਕ ਮੁਰਗੀ ਹੈ, ਇਹਦੇ ਕੋਲ ਪੈਸੇ ਵੱਢ ਲਾਂ ਜਿੰਨੇ ਵੱਢ ਸਕਦਾ, ਮੁੜ ਕੇ ਕੋਈ ਹੋਰ ਅਗਲਾ ਬੰਦਾ ਸੋਚਾਂਗੇ। ਤਾਂ ਇਹ ਤਾਂ ਏਜੰਟ ਦੀ ਵੀ ਗਲਤੀ ਹੈ, ਬੱਚਿਆਂ ਦੀ ਵੀ ਗਲਤੀ। ਕੋਈ ਬੱਚਿਆਂ ਨੂੰ ਵਾਰ-ਵਾਰ ਆਪਾਂ ਸ਼ੋਅ ਦੇਖਦੇ ਪਏ ਆ, ਹਰ ਪਾਸੇ ਸ਼ੋਅ ਚੱਲਦਾ ਵਾ, VFS ਖੁੱਲ ਗਿਆ, VFS ਖੁੱਲ ਗਿਆ। ਕਿਤੇ ਵੀ ਸ਼ੋਅ ਦੇ ਵਿੱਚ ਕੋਈ ਇਦਾਂ ਦਾ ਸ਼ੋਅ ਨਹੀਂ ਚੱਲ ਜਿੰਦੇ 'ਚ ਇਹ ਬੱਚਾ ਇਹ ਸਵਾਲ ਹੋਇਆ ਹੋਵੇ ਕਿ ਭਈਆ ਜਿਹੜੇ ਬੱਚੇ ਜਨਵਰੀ ਇੰਟੇਕ ਦਾ ਵੀਜ਼ਾ ਨਹੀਂ ਹੈ ਉਹ ਕੀ ਕਰਨ, ਜਿਹੜੇ ਬੱਚਿਆਂ ਦਾ ਬਾਇਓਮੈਟ੍ਰਿਕਸ ਨਹੀਂ ਹੋਇਆ ਉਹ ਕੀ ਕਰਨ। ਸਿਰਫ ਹੋ ਕੇ VFS ਖੁੱਲ ਗਿਆ, ਬਾਇਓਮੈਟ੍ਰਿਕਸ ਖੁੱਲ ਗਏ। ਸੱਚਾਈ ਇਹ ਕਿ ਦੋਨੋਂ ਪ੍ਰੋਸੀਜਰ ਆਨਲਾਈਨ ਹੈ। ਜਿਨੇ ਵੀ ਬੱਚੇ ਨੇ ਅਸਲ 'ਚ ਫੀਸ ਕਿੰਨੀ ਹੈ ਬਾਇਓਮੈਟ੍ਰਿਕਸ ਦੀ? ਅਸਲ ਵਿੱਚ ਬਾਇਓਮੈਟ੍ਰਿਕਸ ਦੀ ਕੋਈ ਫੀਸ ਨਹੀਂ ਹੈ। ਜਦੋਂ ਬੰਦਾ ਆਪਣੀ ਹਾਈ ਕਮਿਸ਼ਨ ਨੂੰ ਐਮਬੈਸੀ ਫੀਸ ਪੇ ਕਰਦਾ ਹੈ, ਉਹਦੇ ਵਿੱਚ ਹੀ ਬਾਇਓਮੈਟ੍ਰਿਕਸ ਦੇ ਪੈਸੇ ਇਨਕਲੂਡ ਹੈ। ਅੱਛਾ, ਬੱਚਾ ਹਰ ਬੱਚੇ ਨੇ ਜਦੋਂ ਫਾਈਲ ਲਗਾਈ ਸੀ ਉਸ ਸਮੇਂ ਉਹਦੇ ਕੋਲੋਂ ਬਾਇਓਮੈਟ੍ਰਿਕਸ ਤੇ ਪਲੱਸ ਐਮਬੈਸੀ ਫੀਸ ਦੇ ਪੈਸੇ ਲੈ ਲਿੱਤੇ ਗਏ ਆ। ਬਟ ਬੱਚਾ ਇਹ ਸਵਾਲ ਜਾ ਕੇ ਕੰਸਲਟੈਂਟ ਨੂੰ ਨਹੀਂ ਪੁੱਛਦਾ ਪਿਆ, ਉਹਨੂੰ ਇਹ ਸਵਾਲ ਕਹਿ ਰਹੇ ਤੇਰੀ ਬਾਇਓਮੈਟ੍ਰਿਕਸ ਜਿਹੜੀ ਅਪਾਇੰਟਮੈਂਟ ਹੈ ਉਹ ਲੈਣੀ ਪਏਗੀ ਤੇ ਤੂੰ ਪੈਸੇ ਜਮ੍ਹਾਂ ਕਰਾ। ਜਦਕਿ ਬਾਇਓਮੈਟ੍ਰਿਕਸ ਦੇ ਪੈਸੇ ਜਿਹੜੇ ਹੈਗੇ ਆ ਐਮਬੈਸੀ ਦੇ ਵਿੱਚ ਫਾਈਲ ਲਗਾਉਣ ਵੇਲੇ ਹੀ ਆਪਾਂ ਲੈ ਲੈਂਦੇ ਆ, ਤਾਂ ਉਹ ਕੋਈ ਐਕਸਟਰਾ ਪੈਸੇ ਹੈ ਹੀ ਨਹੀਂ। ਮਤਲਬ ਏਜੰਟ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਅਤੇ ਬੱਚਿਆਂ ਤੋਂ ਪੈਸੇ ਫੜ ਰਹੇ ਨੇ। ਦੇਖੋ ਗੱਲ ਇਹ ਹੈ, ਜਿਹੜਾ ਬੰਦਾ ਇਹ ਗੱਲ ਅਗਰ ਕਹਿ ਦਈਏ ਨਾ ਕਿ ਹਾਂ ਵੀ ਇਹ 4 ਸੀਟਾਂ ਪਈਆਂ ਔਰ ਇਹ ਚੀਜ਼ ਬਲੈਕ ਵਿੱਚ ਮਿਲਣੀ ਹੈ, ਤਾਂ ਲੋਕ ਬਲੈਕ ਵਿੱਚ ਖਰੀਦਣ ਨੂੰ ਤਿਆਰ ਹੋ ਜਾਂਦੇ। ਬਿਲਕੁਲ, ਜਦਕਿ ਸੱਚਾਈ ਇਹ ਕੋਈ ਬਲੈਕ ਮਾਰਕੀਟ ਨਹੀਂ ਹੈ, ਸਾਰਾ ਟਰਾਂਸਪੇਰੈਂਟ ਕੰਮ ਹੈ। ਤੁਸੀਂ VFS ਦੇ ਅੰਦਰ ਫਾਰਮ ਭਰੋ, ਵੈਬ ਫਾਰਮ ਦੇ ਥਰੂ ਆਪਣੇ ਡਾਕੂਮੈਂਟ ਅਪਲੋਡ ਕਰੋ, ਤੁਹਾਨੂੰ ਅਪਾਇੰਟਮੈਂਟ ਆਏਗੀ। ਕਿਉਂਕਿ ਬੱਚੇ ਇਸ ਟਾਈਮ ਬਹੁਤ ਉਤਸੁਕ ਨੇ ਕਿ ਸਾਡੇ ਫਟਾਫਟ ਬਾਇਓਮੈਟ੍ਰਿਕ ਹੋਣ ਤੇ ਅਸੀਂ ਕੈਨੇਡਾ ਜਾਈਏ। ਤੁਸੀਂ 5000 10000 ਦੀ ਗੱਲ ਕਰਦੇ ਹੋ, ਕਈ ਬੱਚੇ 50000 ਲੱਖ ਰੁਪਈਆ ਦੇਣ ਤੱਕ ਵੀ ਜਾਂਦੇ ਹੋਣਗੇ ਕਿ ਸਾਡੇ ਫਟਾਫਟ ਬਾਇਓਮੈਟ੍ਰਿਕ ਹੋ ਜਾਣ। ਸਾਨੂੰ ਜਿੰਦੇ ਪਤਾ ਕਹਿੰਦੇ ਸਿੰਪਲ ਜਿਹਾ ਪ੍ਰੋਸੀਜਰ, ਬੜਾ ਸਿੰਪਲ ਪ੍ਰੋਸੀਜਰ ਹੈ। ਸਿੰਪਲ ਪ੍ਰੋਸੀਜਰ ਕੀ ਹੈ, ਬੱਚੇ ਨੇ ਵੈਬ ਫਾਰਮ ਦੇ ਥਰੂ ਆਪਣੇ ਡਾਕੂਮੈਂਟਸ ਅਪਲੋਡ ਕਰਨੇ ਆ, ਉਹਨੂੰ ਬਾਏ ਮੇਲ ਕਨਫਰਮੇਸ਼ਨ ਆਏਗੀ, ਯੋਰ ਬਾਇਓਮੈਟ੍ਰਿਕਸ ਡੇਟ ਹੈਜ਼ ਬੀਨ ਓਕੇ, ਕਨਫਰਮੇਸ਼ਨ ਆਏਗੀ। ਜਿਸ ਦਿਨ ਬੰਦੇ ਨੂੰ ਕਨਫਰਮੇਸ਼ਨ ਆ ਜਾਏ, ਮੈਂ ਫਿਰ ਤੋਂ ਦੱਸ ਦੇਣਾ, ਉਸ ਤੋਂ 10 ਤੋਂ 12 ਦਿਨਾਂ ਬਾਅਦ ਉਹਨੂੰ ਡੇਟ ਔਰ ਵੈਨਿਊ ਔਰ ਟਾਈਮ ਆ ਮਿਲੇਗਾ। ਉਹਦੇ ਵਿੱਚ ਕੋਈ ਵੀ ਬੰਦਾ, ਹੁਣ ਇੰਨੇ ਕੁ ਬੇਵਕੂਫ ਕੰਸਲਟੈਂਟ ਹੈ, ਇੰਨੇ ਕੁ ਬੇਵਕੂਫ ਬੱਚੇ ਵੀ ਸਮਝ ਲਈ, ਆਪਾਂ ਦੋਨੋਂ ਦੀ ਗਲਤੀ ਹੈ ਕਿ ਬੱਚਾ VFS ਨੂੰ ਫੋਨ ਕਰਕੇ ਕਹਿ ਰਿਹਾ ਕਿ ਮੇਰੀ ਬਾਇਓਮੈਟ੍ਰਿਕਸ ਕਦੋਂ ਹੋਏਗੀ, ਜਦਕਿ ਹਰ ਕੰਸਲਟੈਂਟ ਨੂੰ, ਮੈਨੂੰ ਤੇ ਹਰ ਬੱਚੇ ਦੀ ਮੇਲ ਆਈਡੀ ਤੇ ਮੇਲ ਆ ਚੁੱਕੀ ਹੈ ਕਿ ਕੋਈ ਪ੍ਰੋਸੀਜਰ VFS ਨੂੰ ਕਾਲ ਕਰਨ ਦਾ ਨਹੀਂ ਹੈ। ਸਾਰਾ ਪ੍ਰੋਸੀਜਰ ਕਿੱਥੇ ਹੈ? ਬਾਈ ਮੇਲ। ਜਦੋਂ ਜਿਸ ਦਿਨ ਬੱਚੇ ਨੇ ਆਪਣੇ ਆਪ ਨੂੰ ਕਨਫਰਮੇਸ਼ਨ ਨੂੰ ਆ ਗਈ, ਉਸ ਤੋਂ 10 ਤੋਂ 12 ਦਿਨ ਬਾਅਦ ਬੱਚੇ ਨੂੰ ਮੇਲ ਆ ਜਾਂਦੀ ਹੈ ਕਿ ਤੇਰੀ ਅਪਾਇੰਟਮੈਂਟ ਇਸ ਡੇਟ ਦੀ ਇੰਨੇ ਵਜੇ ਦੀ ਹੈ। ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਐਡ ਕਰਦਾ ਜੋ ਕਿ ਬੱਚਿਆਂ ਨੂੰ ਨਹੀਂ ਪਤਾ। ਜਿਸ ਦਿਨ ਦੀ ਅਪਾਇੰਟਮੈਂਟ ਹੈਗੀ ਹੈ, ਜਿਸ ਦਿਨ ਦਾ ਟਾਈਮ ਹੈ, ਅਗਰ ਉਸ ਡੇਟ ਔਰ ਟਾਈਮ ਤੋਂ ਬਾਅਦ ਬੱਚਾ ਉੱਥੇ VFS ਨਹੀਂ ਪਹੁੰਚਦਾ ਤਾਂ ਉਹਦਾ ਰੀਸ਼ਡਿਊਲ ਅੱਗੇ ਜਾ ਕੇ ਹੋਏਗਾ, ਯਾਨੀ ਕਿ 2 3 4 ਮਹੀਨੇ ਬਾਅਦ। ਅੱਛਾ, ਤਾਂ ਅਗਰ ਕੋਈ ਬੱਚਾ ਆਪਣਾ ਬਾਇਓਮੈਟ੍ਰਿਕਸ ਦੀ ਮੇਲ ਜਾਂ ਬਾਇਓਮੈਟ੍ਰਿਕਸ ਔਨ ਟਾਈਮ ਕਰਾਣਾ ਭੁੱਲ ਗਿਆ ਤਾਂ ਉਹ ਬੱਚਾ ਲੈ ਕੇ ਚਲੋ ਕੈਨੇਡਾ ਨਹੀਂ ਜਾ ਸਕਦਾ। ਅੱਛਾ, ਇਹ ਵੀ ਇੱਕ ਸਵਾਲ ਹੈ ਕਿ ਇਹ ਨਹੀਂ ਕਿ ਅਗਰ ਅੱਜ ਮੈਂ VFS ਗਿਆ, ਬਾਇਓਮੈਟ੍ਰਿਕਸ ਟਾਈਮ ਮੇਰਾ 2 ਵਜੇ ਸੀਗਾ, ਮੈਂ 2 ਵਜੇ ਨਹੀਂ ਜਾ ਪਾਇਆ, ਮੇਰੇ ਘਰੇ ਕੋਈ ਪ੍ਰੋਬਲਮ ਹੈ, ਦੁੱਖ ਹੈ, ਸੁੱਖ ਹੈ, ਉਸ ਕੇਸ ਵਿੱਚ ਉਹਦੀ ਰੀਸ਼ਡਿਊਲ ਦੁਆਰਾ ਹੋਏਗੀ 2 3 ਮਹੀਨਿਆਂ ਬਾਅਦ। ਅੱਛਾ, ਤੇ ਆਪਾਂ ਜਨਵਰੀ ਇਨਟੇਕ ਦੇ ਵਿੱਚ ਜਾਣਾ ਹੈ, ਆਪਾਂ ਦਸੰਬਰ ਵਿੱਚ ਆ ਗਏ ਆ, ਦਸੰਬਰ ਵਿੱਚ ਖੜੇ ਆ ਔਰ ਬੱਚੇ ਹਾਲੇ ਤੱਕ ਵੀ ਹੁਣ ਵੀ ਜਨਵਰੀ ਦੀਆਂ ਫਾਈਲਾਂ ਲਾ ਰਹੇ ਆ, ਜਦਕਿ ਜਨਵਰੀ ਦੀਆਂ ਫਾਈਲਾਂ ਲਾਉਣ ਦਾ ਟਾਈਮ ਨਿਕਲ ਗਿਆ ਹੁਣ। ਜੀ, ਮਤਲਬ ਹੁਣ ਇਹ ਕਹਿ ਦਈਏ ਇਹ ਇੰਨੀ ਚੀਜ਼ ਕਨਫਰਮ ਹੈ ਕਿ ਬਾਇਓਮੈਟ੍ਰਿਕ ਦੇ ਕੋਈ ਪੈਸੇ ਨਹੀਂ। ਬਾਇਓਮੈਟ੍ਰਿਕਸ ਦੇ ਪੈਸੇ ਜਦੋਂ ਆਪਾਂ ਫਾਈਲ ਲਾਉਂਦੇ ਆ ਐਮਬੈਸੀ ਫੀਸ ਦੇ ਨਾਲ ਹੀ ਇਨਕਲੂਡ ਹੈ। ਚਲੋ, ਮਤਲਬ ਇਹ ਚੀਜ਼ ਕਲੀਅਰ ਹੈ ਕਿ ਜਦੋਂ ਐਮਬੈਸੀ ਦੀ ਫੀਸ ਭਰਦੇ ਆ ਉਹਦੇ ਵਿੱਚ ਹੀ ਬਾਇਓਮੈਟ੍ਰਿਕ ਦੇ ਪੈਸੇ ਹੁੰਦੇ ਆ। ਕੋਈ ਵੀ ਏਜੰਟ ਇਸ ਤੋਂ ਇਲਾਵਾ ਪੈਸੇ ਨਹੀਂ ਲੈ ਸਕਦਾ। ਕੋਈ ਪੈਸਾ ਨਹੀਂ, ਕੋਈ ਐਮਬੈਸੀ ਦੇ ਚਾਰजेस ਨਹੀਂ ਹੈ, ਕੋਈ ਕੰਸਲਟੈਂਟ ਦੇ ਆਪਣੇ ਚਾਰजेस ਨਹੀਂ ਹੁੰਦੇ।
ਆਪਾਂ ਹਜ਼ਾਰਾਂ ਬੱਚਿਆਂ ਦੀ ਅਪਾਇੰਟਮੈਂਟ ਲੈ ਰਹੇ ਹਾਂ। ਔਰ ਇੱਕ ਹੋਰ ਇਹਦੀ ਤੁਹਾਨੂੰ ਗੱਲ ਜੋੜਦਾ, ਇਹਦੇ ਵਿੱਚ ਇੱਕ ਹੋਰ ਬੜਾ ਵੱਡਾ ਲੂਪਹੋਲ ਆ, ਉਹ ਇਹ ਹੈ ਕਿ ਜਦੋਂ ਕੰਸਲਟੈਂਟ ਨੇ ਫਾਈਲ ਲਗਾਈ ਸੀ ਤਾਂ ਕੰਸਲਟੈਂਟ ਨੇ ਉਹਦੀ ਫਾਈਲ ਲਗਾਈ ਸੀ ਸਾਰਾ ਕੁਝ ਕਰਾ ਕੇ ਦੇਣ ਦੀ, ਯਾਨੀ ਉਹਦੀ ਆਫਰ ਲੈਟਰ ਮੰਗਾਉਣ ਦੀ, ਉਹਦਾ ਵੀਜ਼ਾ ਅਪਲਾਈ ਕਰਨ ਦੀ, ਉਹਦੇ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਲੈਣ ਦੀ, ਉਹਦਾ ਹਰ ਚੀਜ਼ ਕਰਨ ਦੀ। ਸਮੱਸਿਆ ਕੀ ਹੈ, ਬਹੁਤ ਸਾਰੀ ਫਾਈਲਾਂ ਲੱਗੀਆਂ, ਹਰ ਇੱਕ ਕੰਸਲਟੈਂਟ ਨੇ ਬਹੁਤ ਸਾਰੀ ਫਾਈਲਾਂ ਲਾਈਆਂ। ਹੁਣ ਕੰਸਲਟੈਂਟ ਇਸ ਗੱਲ ਤੇ ਪੱਲਾ ਝਾੜ ਰਿਹਾ ਕਿ ਤੁਸੀਂ ਬਾਇਓਮੈਟ੍ਰਿਕਸ ਆਪ ਕਰਾਓ, ਕਿਉਂਕਿ ਜਦ ਕਿ ਸੱਚਾਈ ਕਾਫੀ ਸਵਾਲ ਖੜਾ ਹੋ ਰਿਹਾ ਹੈ। ਕੰਸਲਟੈਂਟ ਨੇ ਜਿਹੜੇ ਉਹ ਹੱਥ ਖੜੇ ਕਰ ਰਹੇ ਨੇ ਕਿ ਸਾਡੇ ਕੋਲ ਤਾਂ ਜੀ ਸਰਵਰ ਹੁਣ ਖੁੱਲ ਨਹੀਂ ਰਿਹਾ, ਬਾਇਓਮੈਟ੍ਰਿਕ ਬੱਚਿਆਂ ਦੀ ਜ਼ਿੰਮੇਵਾਰੀ ਹੈ। ਦੇਖੋ ਜੀ, ਜਿਹੜੇ ਨਾਮੀ ਕੰਸਲਟੈਂਟ ਹੈ ਨਾ, ਉਹਨਾਂ ਦਾ ਇਹ ਰੁਝਾਨ ਹੈ ਕਿਉਂਕਿ ਉਹਨਾਂ ਨੇ ਫਾਈਲਾਂ ਲਾਈਆਂ ਬੜੀਆਂ ਸੀ। ਜਦਕਿ ਸੱਚਾਈ ਹੈ ਕਿ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਜਿਹੜੀ ਹੈ ਬੱਚਾ ਵੀ ਸ਼ਡਿਊਲ ਕਰ ਸਕਦਾ, ਕੰਸਲਟੈਂਟ ਕਰ, ਪਰ ਨਾਰਮਲੀ ਜਿਹੜੇ ਵੀ ਕੰਸਲਟੈਂਟ ਫਾਈਲ ਲਗਾ ਰਹੇ ਹੈ ਉਹੀ ਉਹਦੀ ਬਾਇਓਮੈਟ੍ਰਿਕ ਸ਼ਡਿਊਲਿੰਗ ਕਰਾ ਕੇ ਦੇ ਰਹੇ, ਕਿਉਂਕਿ ਇਹਦੇ ਵੀ 2-3 ਚੀਜ਼ਾਂ ਹੈਗੀਆਂ। ਡਾਕੂਮੈਂਟਸ ਅਪਲੋਡ ਕਰਨੇ ਵੈਬ ਫਾਰਮ ਥਰੂ, ਕਨਫਰਮੇਸ਼ਨ ਆਣੀ ਹੈ, ਉਸ ਤੋਂ ਬਾਅਦ ਰੀਸ਼ਡਿਊਲਿੰਗ ਸਾਰੀ ਬਣਾਉਣੀ ਹੈ, ਉਹ ਪ੍ਰੋਸੀਜਰ ਹੈਗਾ। ਤਾਂ ਹੁਣ ਕੰਸਲਟੈਂਟ ਇਸ ਗੱਲ ਦੇ ਪਿੱਛੇ ਹਟ ਰਹੇ ਕਿ ਮੇਰਾ ਕੰਮ ਸਿਰਫ ਵੀਜ਼ਾ AIP ਲੈਣ ਤੱਕ ਦਾ ਸੀਗਾ। ਅਗਰ AIP ਆ ਗਿਆ, ਬਾਇਓਮੈਟ੍ਰਿਕਸ ਨਹੀਂ ਹੋਏ ਤਾਂ ਬੱਚਾ ਬਾਹਰ ਨਹੀਂ ਜਾ ਸਕਦਾ, ਉਹਨੂੰ ਇੰਡੀਆ 'ਚ ਹੀ ਰਹਿਣਾ ਪਏਗਾ, ਕਿਉਂਕਿ ਜਦ ਤੱਕ ਬਾਇਓਮੈਟ੍ਰਿਕਸ ਨਹੀਂ ਹੋਣੇ ਤਦ ਤੱਕ ਬੱਚੇ ਦੇ ਪਾਸਪੋਰਟ ਤੇ ਸਟicker ਨਹੀਂ ਲੱਗਣਾ। ਇੱਕ ਹੋਰ ਹਨੀਸ਼ ਜੀ ਏਜੰਟ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਬਹੁਤ ਕਰ ਰਿਹਾ, ਮੈਂ ਲਿਸਟ ਬਹੁਤ ਲੰਬੀ ਹੈ, ਇੰਨੀ ਲਿਸਟ ਆਪਾਂ ਪੂਰੀ ਇਹ 'ਚ ਗੱਲਬਾਤ ਉੱਤੇ ਚਰਚਾ ਵੀ ਨਹੀਂ ਕਰ ਸਕਦੇ ਕਿ ਏਜੰਟ ਕੀ ਧੋਖੇਬਾਜ਼ੀ ਕਰ ਰਹੇ ਨੇ ਬੱਚਿਆਂ ਦੇ ਨਾਲ। ਪਰ ਹੁਣ ਜੋ ਜ਼ਰੂਰੀ ਹੈ, ਬੱਚਿਆਂ ਨੂੰ ਵੀ ਜਾਣਨੀ ਜ਼ਰੂਰੀ ਹੈ ਕਿ ਕਿਊਬੈਕ ਦੇ ਜਿਹੜੇ ਵੀਜ਼ੇ ਸੀਗੇ, ਜਿਹੜੇ ਕਾਲਜਿਸ ਸੀਗੇ, ਕਾਫੀ ਜਿਸ ਤਰ੍ਹਾਂ ਆਪਾਂ ਪਿਛਲੀ ਵਾਰੀ ਵੀ ਡਿਸਕਸ ਕੀਤਾ ਸੀਗਾ, ਚਰਚਾ ਕੀਤੀ ਸੀ ਕਿ ਕਈ ਕਾਲਜਿਸ ਕੈਨੇਡਾ ਦੀ ਸਰਕਾਰ ਨੇ ਸਸਪੈਂਡ ਕਰਤੇ ਨੇ ਜਿਨ੍ਹਾਂ ਦੇ CAQ ਨਹੀਂ ਆਣੇ। ਹੁਣ ਕੰਸਲਟੈਂਟ ਕੀ ਕਰ ਰਿਹਾ, ਜਿਹੜੇ ਕਾਲਜ ਨਹੀਂ ਲਿਸਟ ਵਿੱਚ ਆਏ ਉਹ ਵੀ ਬੱਚਿਆਂ ਨੂੰ ਫੋਨ ਕਰਕੇ ਕਹਿ ਰਹੇ ਨੇ ਕਿ ਤੁਸੀਂ ਆਪਣਾ ਕਾਲਜ ਚੇਂਜ ਕਰਾਓ, ਆਪਣੀ ਫੀਸ ਰਿਫੰਡ ਲੈ ਲਓ। ਦੇਖੋ ਇਹਦੇ ਵਿੱਚ ਕੀ ਹੈ, ਜਿਹੜਾ ਪ੍ਰੋਬਲਮ ਹੈਗੀ ਹੈ ਉਹ ਇੱਕ ਪਰਟੀਕੂਲਰ ਗਰੁੱਪ ਹੈ, ਉਸ ਗਰੁੱਪ ਦੇ 4-5 ਕਾਲਜ ਹੈ। ਕੈਨੇਡੀਅਨ ਸਰਕਾਰ ਨੇ ਉਸ ਗਰੁੱਪ ਨੂੰ ਫੜਿਆ, ਉਹਦੇ ਨਾਲ ਦੇ ਬਾਕੀ ਕਾਲਜਿਸ ਨੂੰ ਕੋਈ ਇਸ਼ੂ ਨਹੀਂ ਹੈ। ਜਿਹੜੇ ਕਾਲਜਿਸ ਹੈ ਉਹ ਆਲਰੇਡੀ ਲਿਸਟ ਹੋ ਚੁੱਕੀ ਹੈ। ਜਿਹੜੇ ਕਾਲਜ ਨੂੰ ਇੱਕ ਪਰਟੀਕੂਲਰ, ਜਿਵੇਂ ਐਗਜ਼ਾਮਪਲ M ਕਾਲਜ ਹੈ, ਇੱਕ ਪਰਟੀਕੂਲਰ ਕਾਲਜ ਹੈ, ਉਹਨਾਂ ਕਾਲਜਾਂ ਦੇ ਹੋਰ ਸਾਰੇ ਕਾਫੀ ਕਾਲਜ, ਬਟ ਜਿਹੜੇ ਕਾਲਜ ਲਿਸਟ ਵਿੱਚ ਆ ਗਏ ਸਿਰਫ ਉਹੀ ਕਾਲਜ ਸਸਪੈਂਡ ਹੋਏ ਆ। ਬਟ ਸਸਪੈਂਡ ਦਾ ਮਤਲਬ ਇਹ ਨਹੀਂ ਕਿ ਜਿਨ੍ਹਾਂ ਦਾ ਵੀਜ਼ਾ ਨਹੀਂ ਆ ਗਿਆ ਉਹੀ ਪੰਗੇ, ਸਿਰਫ ਸਸਪੈਂਡ ਉਹਨਾਂ ਲਈ ਜਿਨ੍ਹਾਂ ਦਾ CAQ ਅਪਲਾਈ ਕੀਤਾ ਹੋਇਆ ਸੀਗਾ ਜਾਂ ਕਰਨ ਲੱਗੇ ਸੀ, ਉਹਨਾਂ ਦਾ CAQ ਨਹੀਂ ਆਏਗਾ। ਜਿਨ੍ਹਾਂ ਦਾ CAQ ਆ ਗਿਆ, ਜਿਨ੍ਹਾਂ ਦਾ AIP ਆ ਗਿਆ, ਜਿਨ੍ਹਾਂ ਦਾ ਵੀਜ਼ਾ ਲੱਗ ਗਿਆ, ਜਿਨ੍ਹਾਂ ਸਟicker ਲੱਗਾ, ਉਹ ਸਾਰੇ ਟਰੈਵਲ ਕਰ ਲੈਣਗੇ। ਸਮੱਸਿਆ ਸਿਰਫ ਉਹਨਾਂ ਸਟੂਡੈਂਟ ਦੀ ਆਈ ਹੈ ਜਿਨ੍ਹਾਂ ਸਟੂਡੈਂਟ ਦਾ CAQ ਅਪਲਾਈ ਹੋਣਾ ਸੀ। ਜਿਹੜੇ ਬਾਕੀ ਕਾਲਜ ਹੈ, ਕੋਈ ਵੀ ਕਾਲਜ ਹੈ, ਕੈਨੇਡਾ ਕਾਲਜ ਹੈ, CDA ਕਾਲਜ ਹੈ, ISI ਕਾਲਜ ਹੈ, CGIP ਕਾਲਜ ਹੈ, ਇਹ ਸਾਰੇ ਕਾਲਜ ਓਕੇ ਚੱਲ ਰਹੇ, ਇਹਨਾਂ ਦੇ CAQ ਵੀ ਆ ਰਹੇ। ਇਹ ਦੇਖੋ, ਇਹ ਚੀਜ਼ ਮੈਂ ਨਹੀਂ ਕਹਿ ਰਿਹਾ, ਇਹ ਕੈਨੇਡੀਅਨ ਜਿਹੜੀ ਮਿਨਿਸਟਰੀ ਹੈ ਉਹ ਕਹਿ ਰਹੀ ਹੈ ਕਿ ਸਾਡੇ ਇਹਨਾਂ ਕਾਲਜਾਂ ਲਈ ਬੰਦ ਹੈ। ਹੁਣ ਮੈਂ ਗੱਲ ਕਰਾਂ ਜੀ, ਹਾਂ ਜੀ ਪ੍ਰੋਬਲਮ ਇੱਕ ਕਾਲਜ ਦੇ ਵਿੱਚ ਹੈ, 4 ਕਾਲਜ ਨਾਲ ਮਾੜੇ ਕਹਿ ਦੋ, ਉਹ ਨਹੀਂ ਹੈ। ਕਿਊਬਿਕ ਮਾੜਾ ਨਹੀਂ ਹੈ, ਕਿਊਬਿਕ ਦੇ ਇੱਕ ਪਾਰਟਿਕੂਲਰ ਗਰੁੱਪ ਹੈ, ਉਹਨਾਂ ਦੇ 4-5 ਕਾਲਜ ਸੀ, ਉਹ ਕਾਲਜ ਸਸਪੈਂਡ ਕਰਤੇ ਕਿਉਂਕਿ ਉਹਨਾਂ ਦਾ ਆਡਿਟ ਚੱਲ ਰਿਹਾ। ਬੱਚਿਆਂ ਨੂੰ ਉਹਨਾਂ ਨੇ ਡਰਾਉਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਆਪਣੇ ਰਿਫੰਡ ਲੈ ਲਓ, ਜੇ ਉੱਥੇ ਜਾ ਕੇ ਤੁਹਾਨੂੰ ਪ੍ਰੋਬਲਮ ਆ ਗਈ ਤੁਹਾਨੂੰ ਵਾਪਸ ਭੇਜ ਦੇਣਗੇ। ਦੇਖੋ, ਇਹ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਕਾਲਜਾਂ ਜਿਨ੍ਹਾਂ ਦਾ ਲਿਸਟ ਵਿੱਚ ਨਾਮ ਹੀ ਨਹੀਂ ਹੈ। ਮੈਂ ਤੁਹਾਨੂੰ ਗੱਲ ਕਰ ਰਿਹਾ ਜਿਨ੍ਹਾਂ ਕਾਲਜਾਂ ਲਿਸਟ ਦੇ ਵਿੱਚ ਨਾਮ ਹੈ, ਜਿਨ੍ਹਾਂ ਦਾ ਵੀਜ਼ਾ ਆ ਗਿਆ, ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਏਗੀ। ਅੱਛਾ, ਤੋ ਇਹ ਤਾਂ ਗੱਲ ਬਾਤ ਦੀ ਨਾ, ਪ੍ਰੋਬਲਮ ਕਿਹਨਾਂ ਨੂੰ ਆਏਗੀ, ਸਿਰਫ ਜਿਨ੍ਹਾਂ ਦੇ CAQ ਅਪਲਾਈ ਹੋਣੇ ਸੀ। ਅੱਜ ਅਗਰ ਮੰਨ ਲਓ ਮੇਰੇ ਕਿਸੇ ਸਟੂਡੈਂਟ ਦਾ ISI ਕਾਲਜ ਦਾ ਵੀਜ਼ਾ ਆ ਗਿਆ, ਉਹ ਟਰੈਵਲ ਕਰ ਸਕਦਾ ਹੈ। ਸਮੱਸਿਆ ਸਿਰਫ ਉਹਨੂੰ ਸਟੂਡੈਂਟ ਨੂੰ ਆਈ ਜਿਹੜੇ ਕਾਲਜਿਸ ਲਿਸਟ ਦੇ ਵਿੱਚ ਜਿਨ੍ਹਾਂ ਦਾ ਸਸਪੈਂਡ ਹੋਇਆ, ਉਹਨਾਂ ਦਾ CAQ ਨਹੀਂ ਹੈ। ਪ੍ਰੋਬਲਮ ਸਿਰਫ ਉਹਨਾਂ ਨੂੰ, ਹੋਰ ਕਿਸੇ ਨੂੰ ਪ੍ਰੋਬਲਮ ਨਹੀਂ। ਤੇ ਫਿਰ ਬਾਕੀ ਕਾਲਜਿਸ ਦੇ ਜਿਹੜੇ ਲਿਸਟ 'ਚ ਨਹੀਂ, ਜਿਨ੍ਹਾਂ ਦੇ ਨਾਮ ਆਏ, ਉਹ ਕਾਲਜਿਸ ਵਾਸਤੇ ਵੀ ਕਿਉਂ ਕਿਹਾ ਜਾ ਰਿਹਾ ਵੀ ਤੁਸੀਂ ਆਪਣਾ ਰਿਫੰਡ ਲੈ ਲਓ? ਸਰ, ਇਹ ਤਾਂ ਹੁਣ ਜਾਂ ਤਾਂ ਕੰਸਲਟੈਂਟ ਨੇ ਕਾਲਜ ਵੇਚਣਾ ਬੰਦ ਕਰਤਾ ਜਾਂ ਕੰਸਲਟੈਂਟ ਨੇ ਕੋਈ ਹੋਰ ਨਵਾਂ ਪ੍ਰੋਡਕਟ ਖੜਾ ਕਰਤਾ। ਇਹ ਕੰਸਲਟੈਂਟ ਦੀ ਅੰਦਰੂਨੀ ਗੱਲ ਹੈ, ਬਟ ਸੱਚਾਈ ਇਹ ਹੈ ਕਿ ਆਪਾਂ ਜਾਂ ਬਾਕੀ ਜਿਹੜੇ ਵੀ ਕੰਸਲਟੈਂਟ ਹੈ ਕਿਊਬਿਕ ਦੇ ਸਾਰੇ ਕਾਲਜ ਪ੍ਰਮੋਟ ਕਰ ਰਹੇ ਆ, ਬਟ ਕਾਲਜ ਉਹ ਪ੍ਰਮੋਟ ਕਰ ਰਿਹਾ ਜਿਨ੍ਹਾਂ ਦੀ ਇੱਕ ਰੈਪੂਟੇਸ਼ਨ ਹੈ, ਜਿਨ੍ਹਾਂ ਦੀ ਐਂਟਰੀ ਰਿਕੁਆਇਰਮੈਂਟ ਐਕਚੁਅਲ ਹੈ। ਅਗਰ ਮੈਂ ਗੱਲ ਕਰਾਂ ਕਿ ਇੱਕ ਕਾਲਜ ਕਿਊਬਿਕ ਦਾ ਜੋ 5 ਬੈਂਡ ਤੇ ਐਡਮਿਸ਼ਨ ਦਿੰਦਾ, ਮੈਂ ਪਹਿਲਾਂ ਵੀ ਨਹੀਂ ਕਰ ਰਿਹਾ ਸੀ, ਹੁਣ ਵੀ ਨਹੀਂ ਕਰੂੰਗਾ। ਮੇਰੇ ਕੋਲ ਉਹੀ ਕਾਲਜਿਸ ਹੈ ਜਿਹੜੇ ਕਾਲਜਿਸ ਦੇ ਵਿੱਚ ਬੱਚਾ ਜਾ ਰਿਹਾ ਜਿਨ੍ਹਾਂ ਦਾ ਕੋਈ ਇਸ਼ੂ ਨਹੀਂ। ਮੈਨੂੰ ਨਹੀਂ ਪਤਾ ਸੀਗਾ ਕਿ ਇਹ ਗਰੁੱਪ ਦਾ ਪ੍ਰੋਬਲਮ ਹੈ, ਕਿ ਈਵਨ ਇਹ ਕਿਸੇ ਕੰਸਲਟੈਂਟ ਦਾ ਕਸੂਰ ਨਹੀਂ ਹੈ, ਇਹ ਕਸੂਰ ਕੁਦਰਤੀ ਇੱਕ ਪਕੜਿਆ ਗਰੁੱਪ ਫੜਿਆ ਗਿਆ ਜਿਨ੍ਹਾਂ ਦੇ ਕਾਲਜਾਂ ਦਾ ਇਸ਼ੂ, ਉਹਨਾਂ ਦਾ ਈਵਨ ਉਹਨਾਂ ਦਾ ਸਸਪੈਂਡ ਹੋਇਆ, ਉਹ ਬਲੈਕ ਲਿਸਟ ਨਹੀਂ ਹੋਇਆ। ਹੁਣ ਤਾਂ ਕੰਸਲਟੈਂਟ ਕੀ ਬੱਚਿਆਂ ਨੂੰ ਕੀ ਗੁੰਮਰਾਹ ਕਰ ਰਹੇ ਹੈ ਕਿ ਕਿਊਬਿਕ ਹੀ ਬੰਦ ਹੋ ਗਿਆ ਪੰਜਾਬੀਆਂ ਲਈ। ਨਹੀਂ, ਕਿਊਬਿਕ ਨਹੀਂ ਬੰਦ ਹੋਇਆ, ਇੱਕ ਪਾਰਟਿਕੂਲਰ ਗਰੁੱਪ ਦੇ CAQ ਆਣੇ ਬੰਦ ਕਿਉਂਕਿ ਉਹਨਾਂ ਦਾ ਆਡਿਟ ਚੱਲ ਰਿਹਾ। ਤੇ ਸਰ ਜਿਹੜੇ ਕਾਲਜਸ ਸਸਪੈਂਡ ਕੀਤੇ ਗਏ, ਜਿਨ੍ਹਾਂ CAQ ਸਸਪੈਂਡ ਕੀਤੇ, ਤੇ ਜਿਹੜੇ ਬੱਚਿਆਂ ਨੇ ਉਹਨਾਂ ਕਾਲਜਸ ਵਾਸਤੇ ਫੀਸ ਭਰ ਚੁੱਕੇ ਸੀ ਤੇ CAQ ਅਪਲਾਈ ਕਰਨਾ ਸੀਗਾ, ਉਹ ਬੱਚੇ ਹੁਣ ਕੀ ਕਰਨ? ਉਹਨਾਂ ਨੂੰ ਰਿਫੰਡ ਲੈ ਲੈਣਾ ਚਾਹੀਦਾ ਕਿ ਨਹੀਂ? ਦੇਖੋ, ਮੇਰੀ ਪਰਸਨਲ ਓਪੀਨੀਅਨ ਹੈ ਰਿਫੰਡ ਲੈ ਲੈਣਾ ਚਾਹੀਦਾ ਹੈ। ਉਹਦਾ ਰੀਜ਼ਨ ਆਡਿਟ
ਹੋਏਗਾ। ਇੰਡੀਆ ਵਾਲਾ ਤਾਂ ਨਹੀਂ ਹੋਏਗਾ, ਪਰ 2-3-4 ਮਹੀਨੇ ਦਾ ਪ੍ਰੋਸੀਜਰ ਹੈ। ਉਹਨੇ ਪ੍ਰੋਸੀਜਰ ਤੱਕ ਉਹ ਬੱਚੇ ਹੁਣ ਜਾਂ ਤਾਂ ਵੇਟ ਕਰਨਗੇ ਜਾਂ ਰਿਫੰਡ ਲੈ ਕੇ ਕਾਲਜ, ਅੱਜ ਦੀ ਜਿਹੜੀ ਉਹ ਸਾਰੇ ਕਾਲਜ ਰਿਫੰਡ ਦੇਣ ਨੂੰ ਤਿਆਰ ਹੈ। ਤਾਂ ਬੈਟਰ ਆਪਸ਼ਨ ਹੈ ਬੱਚੇ ਨੂੰ ਰਿਫੰਡ ਲੈ ਕੇ ਹੋਰ ਕਾਲਜਾਂ 'ਚ ਅਪਲਾਈ ਕਰ ਦੇਣਾ ਚਾਹੀਦਾ। ਕਾਲਜ ਰਿਫੰਡ ਦੇਣ ਨੂੰ ਵੀ ਤਿਆਰ ਹੈ, ਬਟ ਅਗਰ ਬੱਚੇ ਨੇ ਜਾਣਾ ਉਸ ਪਾਰਟਿਕੂਲਰ ਕਾਲਜ ਦੇ ਵਿੱਚ ਉਹਦੀ ਕੁਝ ਕਹਿ ਨਹੀਂ ਸਕਦਾ। ਪਰ ਮੇਰੀ ਪਰਸਨਲ ਓਪੀਨੀਅਨ ਹੈ ਅਗਰ ਬੱਚਿਆਂ ਦੇ ਪੈਸੇ ਗਏ ਹੋਏ ਆ ਉਹ ਰਿਫੰਡ ਲੈ ਲੈਣ, ਜਿਨ੍ਹਾਂ ਦਾ CAQ ਨਹੀਂ ਹੈ। ਜਿਨ੍ਹਾਂ ਦਾ CAQ ਆ ਗਿਆ, ਜਿਨ੍ਹਾਂ ਦਾ ਵੀਜ਼ਾ ਆ ਗਿਆ, ਉਹਨਾਂ ਨੂੰ ਕੋਈ ਟੈਨਸ਼ਨ ਨਹੀਂ। ਹਨੀਸ਼ ਜੀ, ਲਿਸਟ ਬਹੁਤ ਲੰਬੀ ਹੈ ਕਿ ਏਜੰਟ ਬੱਚਿਆਂ ਦੇ ਨਾਲ ਕੀ ਕੁਝ ਕਰ ਰਹੇ ਨੇ। ਹਰੇਕ ਏਜੰਟ, ਕੋਈ ਏਜੰਟ ਆ ਉਹ ਨਵੀਂ ਹੀ ਆਪਣੀ ਕੋਈ ਸਕੀਮ ਘੜ ਕੇ ਬੱਚਿਆਂ ਦੇ ਨਾਲ ਧੋਖੇਧੜੀ ਕਰਦਾ। ਬੱਚਿਆਂ ਨੂੰ ਸਮਝਾਵਾਂਗੇ ਕਿਸ ਤਰ੍ਹਾਂ? ਬੱਚਿਆਂ ਦੇ ਵਿੱਚ ਬਹੁਤ ਕਨਫਿਊਜ਼ਨ ਹੈ ਕਿ ਮੈਂ ਕਿਹੜੇ ਏਜੰਟ ਦੀ ਗੱਲ ਸੁਣਾ, ਕੀ ਸਹੀ ਪ੍ਰੋਸੈਸ ਹੈ, ਹੱਲ ਕੀ ਹੈ ਇਸ ਦਾ? ਦੇਖੋ, ਸਭ ਤੋਂ ਪਹਿਲਾਂ ਸਮਝਣ ਦੀ ਸਿੰਪਲ ਜਿਹਾ ਹੱਲ ਤਾਂ ਇਹ ਹੈ ਕਿ ਬੱਚਿਆਂ ਨੂੰ ਇਹ ਚੀਜ਼ ਸਮਝ ਨਹੀਂ ਪਏਗੀ ਜਿਸ ਕੰਸਲਟੈਂਟ ਨਾਲ ਗੱਲ ਕਰ ਰਿਹਾ ਹੈ ਉਹਨਾਂ ਨੇ ਕਿੰਨੇ ਵੀਜ਼ੇ ਕੱਢੇ, ਉਹ ਕਿੰਨੀ ਪੁਰਾਣੀ ਕੰਪਨੀ। ਤੁਸੀਂ ਬਾਕੀ ਕੰਸਲਟੈਂਟ ਦੀ ਛੱਡੋ, ਤੁਸੀਂ ਕੀ ਐਫਰਟ ਕਰ ਰਹੇ ਹੋ ਇਸ ਚੀਜ਼ ਵਾਸਤੇ? ਦੇਖੋ, ਇਸ ਚੀਜ਼ ਵਾਸਤੇ ਸਾਡਾ ਐਫਰਟਸ ਇਹ ਹੈ ਕਿ ਆਪਾਂ ਇਨੀਸ਼ੀਅਲ ਤੁਹਾਡੀ ਸੀ, ਕਿਉਂਕਿ ਗੱਲਾਂ ਦੇ ਵਿੱਚ ਗੱਲ ਹੈ, ਇਨੀਸ਼ੀਅਲ ਆਪਾਂ ਇਹੀ ਐਫਰਟਸ ਕਰ ਰਹੇ ਹਾਂ ਕਿ ਆਪਾਂ ਇੱਕ ਵਰਲਡ ਐਜੂਕੇਸ਼ਨ ਸੈਮੀਨਾਰ ਲੈ ਕੇ ਆ ਰਹੇ ਹਾਂ 11 ਤਰੀਕ ਤੋਂ ਲੈ ਕੇ 14 ਤਰੀਕ ਤੱਕ। ਉਹ ਸੈਮੀਨਾਰ ਲੈਣ ਦੇ 2-3 ਕਾਰਨ ਹੈ। ਪਹਿਲਾ ਇਹ ਕਿ ਪਿਛਲੇ ਕਾਫੀ ਟਾਈਮ ਤੋਂ ਲੋਕਡਾਊਨ ਦੇ ਵਿੱਚ ਕੋਵਿਡ ਦੇ ਕਰਕੇ ਸੈਮੀਨਾਰਸ ਨਹੀਂ ਹੋ ਰਹੇ ਸੀਗੇ। ਹੁਣ ਸੈਮੀਨਾਰ ਕਰਨ ਦਾ ਇੱਕ ਤਾਂ ਰੀਜ਼ਨ ਹੈ ਕਾਫੀ ਟਾਈਮ ਬਾਅਦ ਕਰ ਰਹੇ ਹਾਂ। ਦੂਸਰਾ ਰੀਜ਼ਨ ਇਹ ਹੈ ਕਿ ਉਸ ਸੈਮੀਨਾਰ ਦੇ ਵਿੱਚ ਆਪਾਂ ਸਾਰੀ ਕੰਟਰੀਜ਼ ਲਈ ਪ੍ਰਮੋਟ ਕਰ ਰਹੇ ਹਾਂ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ ਆਸਟ੍ਰੇਲੀਆ ਹੈ, ਚਾਹੇ ਉਹ UK ਹੈ, ਚਾਹੇ ਉਹ ਯੂਰਪ ਹੈ, US ਹੈ, ਸਿੰਗਾਪੁਰ, ਹਰ ਕੰਟਰੀਜ਼। ਇਹਦੇ ਵਿੱਚ ਸਿਰਫ ਔਰ ਸਿਰਫ ਕਲਾਇੰਟ ਨੂੰ ਕਾਉਂਸਲਿੰਗ ਕਰਾਂਗੇ। ਸਾਡੀ ਉਹ ਐਡ ਨਹੀਂ ਹੈ ਕਿ ਸਾਡੇ ਕੋਲ ਓਰੀਜਨਲ ਡਾਕੂਮੈਂਟ ਲੈ ਕੇ ਆਓ, ਨਹੀਂ, ਸਾਨੂੰ ਡਾਕੂਮੈਂਟ ਨਹੀਂ ਚਾਹੀਦੇ। ਤੁਸੀਂ ਸਾਡੇ ਆਫਿਸ ਸੈਮੀਨਾਰ ਦਾ ਹਿੱਸਾ ਬਣੋ, ਆਪਣੀ ਇਨਕੁਆਰੀਆਂ ਨੂੰ ਸਾਡੇ ਨਾਲ ਮਿਲ ਕੇ ਸੋਲਵ ਕਰੋ, ਔਰ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਇਨਕੁਆਰੀਆਂ ਸੌਰਟ ਆਊਟ ਹੋ ਗਈਆਂ, ਤੁਸੀਂ ਸਾਡੇ ਕੋਲ ਅਪਲਾਈ ਕਰ ਸਕਦੇ ਹੋ। ਨਾ ਇਸ ਸੈਮੀਨਾਰ ਦੀ ਕੋਈ ਕੰਪਨੀ ਚਾਰਜ ਕਰ ਰਹੀ ਹੈ, ਨਾ ਕੰਪਨੀ ਐਡਵਾਂਸ ਕੋਈ ਲੈ ਰਹੀ ਹੈ, ਨਾ ਕੰਪਨੀ ਆਫਟਰ ਵੀਜ਼ਾ ਕੁਝ ਲੈ ਰਹੀ ਹੈ। ਯਾਨੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਸਰਵਿਸ ਫ੍ਰੀ ਆਫ ਕਾਸਟ ਹੈ। ਹਾਂ, ਕਾਲਜ ਫੀਸ ਬੱਚਾ ਆਪ ਭਰੇਗਾ, ਮੈਡੀਕਲ ਬੱਚਾ ਆਪ कराएगा, ਐਮਬੈਸੀ ਫੀਸ ਆਪ ਭਰੇਗਾ, ਬਟ ਕੰਪਨੀ ਵੱਲੋਂ ਬਿਫੋਰ ਔਰ ਆਫਟਰ ਕੋਈ ਫੀਸ ਨਹੀਂ ਹੈ। ਤੇ ਫ੍ਰੀ ਦੇ ਨਾਮ ਦੇ ਵਿੱਚ ਬੱਚਿਆਂ ਦੇ ਨਾਲ ਤੁਸੀਂ ਤਾਂ ਨਹੀਂ ਫਿਰ ਬਾਕੀ ਕੰਸਲਟੈਂਟ ਵਾਲਾ ਕੰਮ ਕਰੋਗੇ? ਦੇਖੋ, ਸਾਡਾ ਪਿਛਲਾ ਇਤਿਹਾਸ ਖੋਲ ਲਓ, ਸਾਡੇ ਪਿਛਲੇ ਇਤਿਹਾਸ ਵਿੱਚ ਸਭ ਕੁਝ ਵਧੀਆ ਚੱਲਦਾ ਆ ਰਿਹਾ, ਅੱਗੇ ਵਧੀਆ ਹੀ ਕਰਾਂਗੇ, ਕਿਉਂਕਿ ਅਲਟੀਮੇਟ ਸਾਡਾ ਟਾਰਗੇਟ ਬੜਾ ਸਿੱਧਾ ਹੈ ਕਿ ਆਪਾਂ ਇੱਕ ਸਹੀ ਸਲਾਹ ਦੇ ਦਈਏ। ਵੀਜ਼ਾ ਆਣਾ ਜਾਂ ਨਾ ਆਣਾ ਇੱਕ ਵੀਜ਼ਾ ਆਫਿਸਰ ਤੇ ਪਰਮਾਤਮਾ ਦੇ ਹੱਥ 'ਚ ਹੈ, ਬਟ ਕਿਸੇ ਨੂੰ ਸਹੀ ਸਲਾਹ ਦੇ ਦੂੰਗੇ ਨਾ ਤੇ ਉਹਦਾ ਅਗਰ ਕੰਮ ਹੋ ਜਾਵੇ, ਤੁਹਾਨੂੰ 4 ਦੁਆਵਾਂ ਤਾਂ ਬਹੁਤ ਵਧੀਆ ਵੀ ਦੇਗਾ, ਨਾਲੇ ਤੁਹਾਡੀ ਰੈਫਰੈਂਸ ਵੀ ਦੇਗਾ। ਤਾਂ ਇਹ ਜਿਹੜੇ ਸੈਮੀਨਾਰ ਦੇ ਵਿੱਚ ਆਪਾਂ ਕੰਪਨੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਕੋਈ ਚਾਰਜ ਨਹੀਂ ਕਰ ਰਹੀ। ਪਲੱਸ ਇਸ ਸੈਮੀਨਾਰ ਦੇ ਵਿੱਚ ਅਗਰ ਸਾਡੇ ਕੋਲ ਕੋਈ ਬੱਚਾ ਆਂਦਾ ਹੈ ਔਰ ਉਹ ਬੱਚੇ ਨੂੰ ਸਾਨੂੰ ਲੱਗਦਾ ਕਿ ਉਹਦੀ ਆਈਲੈਟਸ ਰਿਕੁਆਇਰਮੈਂਟ ਫੁੱਲਫਿਲ ਨਹੀਂ ਹੈ, ਜਿਵੇਂ 2 ਚੋਂ 5.5 ਤੇ ਕੈਨੇਡਾ ਅਪਲਾਈ ਕਰੋ, 5 ਤੋਂ ਕਰੋ, ਉਹਨਾਂ ਬੱਚਿਆਂ ਨੂੰ ਅਗਰ ਰਿਕੁਆਇਰਮੈਂਟ ਨਹੀਂ ਹੈ, ਕੰਪਨੀ ਵੱਲੋਂ 15 ਦਿਨ ਦੀ ਫ੍ਰੀ ਆਫ ਕਾਸਟ ਆਈਲੈਟਸ ਔਰ PT ਦੀ ਟ੍ਰੇਨਿੰਗ ਵੀ ਦਵਾਂਗੇ। ਚਾਹੇ ਬੱਚਾ ਆਨਲਾਈਨ ਪੜ੍ਹ ਲੇ, ਚਾਹੇ ਬੱਚਾ ਆਫਲਾਈਨ ਪੜ੍ਹ ਲੇ, ਕੋਈ ਪੈਸਾ ਨਹੀਂ। ਇਹ ਨਹੀਂ ਕਿ 15 ਦਿਨ ਦੀ ਫ੍ਰੀ ਉਸ ਤੋਂ 2 ਮਹੀਨੇ ਪੈਸੇ, ਨਹੀਂ, ਟੋਟਲ 15 ਦਿਨ ਦੀ ਕੋਚਿੰਗ ਜਿਹੜੀ ਹੈ ਫ੍ਰੀ ਆਫ ਕਾਸਟ ਨਾਲ ਦਵਾਂਗੇ। ਇਹ ਸਰ ਇੰਨਾ ਕੁਝ ਫ੍ਰੀ ਤੁਸੀਂ ਸੈਲਰੀਆਂ ਨਹੀਂ ਆਪਣੀਆਂ ਕੱਢਣੀਆਂ ਸਟਾਫ ਦੀਆਂ, ਜਾਂ ਆਪਣੇ ਖਰਚੇ ਨਹੀਂ ਕਰਨੇ, ਕੀ ਸਾਰਾ ਫ੍ਰੀ ਕੀ ਹੈ, ਸੇਵਾ ਕਰ ਰਹੇ ਹੋ? ਨਹੀਂ, ਦੇਖੋ, ਫ੍ਰੀ ਦੇ ਵਿੱਚ ਗੱਲ ਬੜੀ ਸਿੱਧੀ ਹੈ। ਫ੍ਰੀ ਦਾ ਪਰਪਸ ਇਹ ਕਿ ਕਲਾਇੰਟ ਨੂੰ ਸਹੀ ਤਰ੍ਹਾਂ ਸਲਾਹ ਦਿੱਤੀ ਜਾਏ। ਸਾਡੇ ਕੋਲ ਇੰਨੇ ਕੁ ਕਲਾਇੰਟ ਹੈਗੇ, ਇੰਨਾ ਕੁ ਸਾਡਾ ਟੱਚਵੁੱਡ ਹੈ ਕਾਰੋਬਾਰ ਹੈ ਕਿ ਸਾਡਾ ਕੰਮ ਚੱਲਦਾ ਪਿਆ। ਲੋਕਡਾਊਨ ਦੇ ਵਿੱਚ ਵੀਜ਼ਾ ਕੱਢਿਆ, ਲੋਕਡਾਊਨ ਤੋਂ ਬਾਅਦ ਹੁਣ ਵੀ ਵੀਜ਼ੇ ਕੱਢਦੇ ਆ ਰਹੇ ਹਾਂ। UK ਦਾ ਵੀਜ਼ਾ ਵੀ ਦਿਖਾਤਾ, ਕੈਨੇਡਾ ਦਾ ਵੀਜ਼ਾ ਦਿਖਾਤਾ, ਕੈਨੇਡਾ ਓਪਨ ਵਰਕ ਪਰਮਿਟ ਦਿਖਾਤਾ, ਸਾਰਾ ਕੁਝ ਦਿਖਾਤਾ। ਪਰ ਕਿਤੇ ਨਾ ਕਿਤੇ ਦੁੱਖ ਕਦੋਂ ਹੁੰਦਾ, ਜਦੋਂ ਕੋਈ ਬੱਚਾ ਸਾਡੇ ਕੋਲ ਆ ਕੇ ਇਹ ਗੱਲ ਕਹਿੰਦਾ ਹੈ ਕਿ ਮੇਰੇ ਕੋਲ ਬਾਇਓਮੈਟ੍ਰਿਕਸ ਦੇ 20,000 ਮੰਗ ਰਹੇ ਹੋ, ਮੇਰੇ ਕੋਲੋਂ ਇਹ ਜਿਹੜਾ ਕਾਲਜ ਹੈ ਮੇਰਾ ਲਿਸਟ ਵਿੱਚ ਨਹੀਂ ਹੈ ਤੇ ਮੇਰੇ ਤੋਂ ਫਿਰ ਵੀ ਪੈਸੇ ਮੰਗੇ ਜਾ ਰਹੇ ਹੈ, ਮੇਰੇ 5 ਬੈਂਡ ਤੇ ਅਪਲਾਈ ਹੋ ਗਿਆ। ਉਹ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਕਿ ਸਾਡੀ ਉਹ ਇੱਕ ਐਡ ਹੀ ਹੈ। ਜਦੋਂ ਕਿਸੇ ਦਾ ਕੰਮ ਕਰਕੇ ਉਹਨੂੰ ਦਵਾਂਗੇ ਤਾਂ ਅਗਲਾ ਤੁਹਾਡਾ ਰੈਫਰੈਂਸ 4 ਲੋਕਾਂ ਨੂੰ ਦੇਗਾ, ਸਾਡੇ ਲਈ ਉਹੀ ਵਪਾਰ ਹੈ। ਕਿੱਥੇ ਸੈਮੀਨਾਰ ਹੋ ਰਹੇ ਨੇ ਤੇ ਕਿਹੜੀ ਤਰੀਕ ਹੋ ਰਹੀ ਹੈ, ਇੱਕ ਵਾਰੀ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ। ਦੇਖੋ, ਸਾਡਾ ਸੈਮੀਨਾਰ ਹੋ ਰਿਹਾ 11 ਤਰੀਕ ਨੂੰ ਚੰਡੀਗੜ੍ਹ ਆਫਿਸ ਹੈ, ਸੈਕਟਰ 8C ਮੱਧੇ ਮਾਰਗ। 12 ਤਰੀਕ ਨੂੰ ਪਟਿਆਲਾ ਲੀਲਾ ਭਵਨ, ਔਰ 14 ਤਰੀਕ ਨੂੰ ਲੁਧਿਆਣਾ ਹੈਡ ਆਫਿਸ ਦੇ ਵਿੱਚ ਹੋ ਰਿਹਾ। ਇਹ 3 ਸੈਮੀਨਾਰ ਦੇ ਵਿੱਚ ਕੰਪਨੀ ਦਾ ਸਾਰਾ ਸਟਾਫ ਇੰਕਲੂਡਿੰਗ ਮੈਂ ਉਸ ਬ੍ਰਾਂਚ 'ਚ ਜਾਵਾਂਗੇ। ਜਿੰਨੇ ਵੀ ਕਲਾਇੰਟ ਸਾਡੇ ਕੋਲ ਆਉਣਗੇ ਉਹਨਾਂ ਦੀ 1-to-1 ਕਾਉਂਸਲਿੰਗ ਕਰਾਂਗੇ, ਉਹਨਾਂ ਦੇ ਡਾਊਟਸ ਕਲੀਅਰ ਕਰਾਂਗੇ, ਇਹ ਦੱਸ ਦਾਂਗੇ ਤੁਸੀਂ ਐਲੀਜੀਬਲ ਹੋ ਜਾਂ ਨਹੀਂ ਐਲੀਜੀਬਲ। ਮਤਲਬ ਬੱਚੇ ਨੂੰ ਹਰੇਕ ਪ੍ਰਕਾਰ ਦੀ ਇਨਫੋਰਮੇਸ਼ਨ ਦਿੱਤੀ ਜਾਏਗੀ, ਚਾਹੇ ਉਹ ਬਾਅਦ ਵਿੱਚ ਤੁਹਾਡੇ ਕੋਲੋਂ ਵੀਜ਼ਾ ਲਗਵਾਵੇ ਚਾਹੇ ਨਾ ਲਗਵਾਵੇ, ਬੱਚੇ ਨੂੰ ਇਨਫੋਰਮੇਸ਼ਨ ਪੂਰੀ ਦਿੱਤੀ ਜਾਏਗੀ। ਮੈਂ ਤੁਹਾਨੂੰ ਦੱਸ ਰਿਹਾ, ਸਾਨੂੰ ਓਰੀਜਨਲ ਡਾਕੂਮੈਂਟ ਨਹੀਂ ਚਾਹੀਦੇ। ਸੈਮੀਨਾਰ ਦੀ ਇੱਕ ਐਡ ਹੁੰਦੀ ਹੈ ਕਿ ਆਪਣੇ ਓਰੀਜਨਲ ਕਾਗਜ਼ ਨਾਲ ਲੈ ਕੇ ਆਓ, ਨਹੀਂ, ਸਾਨੂੰ ਨਹੀਂ ਚਾਹੀਦੇ। ਤੁਸੀਂ ਸਾਡੇ ਕੋਲ ਆ ਕੇ 1-to-1 ਕਾਉਂਸਲਿੰਗ ਲੈ ਕੇ ਜਾਓ,
ਉਸ ਤੋਂ ਬਾਅਦ ਕਿਸੇ ਹੋਰ ਕੋ ਕਾਉਂਸਲਿੰਗ ਲਓ, ਫਿਰ ਸਮਝੋ ਕਿ ਮੈਨੂੰ ਕਿੰਦੇ ਕੋਲੋਂ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ। ਦੂਸਰੀ ਗੱਲ ਇਹ ਕਿ ਜਿਹੜੀ ਵੀ ਹੁਣ ਅੱਜ ਦੀ ਜਿਹੜੀ ਚੱਲ ਰਹੀ ਹੈ ਸਿਸਟਮ, ਸਿਰਫ ਔਰ ਸਿਰਫ ਚੱਲ ਰਿਹਾ ਹੈ ਕਾਲਜ ਬੰਦ ਹੋ ਗਏ, ਕਾਲਜ ਖੁੱਲ ਗਏ, ਇसी ਚੀਜ਼ ਦੀ ਐਡ ਹੈ, ਜਾਂ ਚੱਲ ਰਿਹਾ ਹੈ ਕਿ ਇਹ ਵਾਲੇ ਜਿਹੜੇ ਬਾਇਓਮੈਟ੍ਰਿਕਸ ਦੇ ਆ ਰੋਲਾ ਚੱਲਦਾ ਪਿਆ, ਪਰ ਕੋਈ ਇਹ ਨਹੀਂ ਦੱਸ ਰਿਹਾ ਕਿ ਜਿਹੜਾ ਬੱਚਾ ਆਈਲੈਟਸ ਕਰਕੇ ਬੈਠਾ ਉਹ ਕੀ ਕਰੇ, ਕਿਉਂਕਿ ਉਸ ਦੇ ਉੱਤੇ ਕੋਈ ਡਿਸਕਸ਼ਨ ਨਹੀਂ ਹੈ। ਤਾਂ ਇਸ ਲਈ ਆਪਾਂ ਇਹ ਵਰਲਡ ਐਜੂਕੇਸ਼ਨ ਸੈਮੀਨਾਰ ਰੱਖਿਆ, ਜਿੰਦੇ ਵਿੱਚ ਕਲਾਇੰਟ ਨੂੰ 1-to-1 ਕਾਉਂਸਲਿੰਗ ਕਰਕੇ ਆਪਾਂ ਨੂੰ ਸਹੀ ਗਾਈਡ ਕਰੀਏ ਤਾਂ ਕਿ ਉਹ ਆਪਣਾ ਬਾਹਰ ਜਾਣ ਦਾ ਸੁਪਨਾ ਪੂਰਾ ਕਰ ਸਕੇ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਇਮੀਗ੍ਰੇਸ਼ਨ ਐਕਸਪਰਟ ਹਨੀਸ਼ ਉੱਪਲ ਜੀ, ਜਿਨ੍ਹਾਂ ਇਹਨਾਂ ਨੇ ਦੱਸਿਆ ਕਿ 3 ਦਿਨ ਜਿਹੜੇ ਸੈਮੀਨਾਰ ਹੋਣਗੇ ਪਟਿਆਲੇ, ਚੰਡੀਗੜ੍ਹ ਅਤੇ ਲੁਧਿਆਣੇ ਦੇ ਵਿੱਚ। ਬੱਚੇ ਨੂੰ ਹਰੇਕ ਪ੍ਰਕਾਰ ਦੀ ਜਿਹੜੀ ਹੈ ਇਨਫੋਰਮੇਸ਼ਨ ਦਿੱਤੀ ਜਾਏਗੀ ਉਸ ਦੇ ਵੀਜ਼ੇ ਵਾਸਤੇ, ਚਾਹੇ ਬੱਚੇ ਨੇ ਰਿਫਿਊਜ਼ਲ ਹੋਵੇ, ਚਾਹੇ ਆਇਲਸ ਕਰਕੇ ਬੈਠਾ ਹੋਵੇ, ਉਹਨੂੰ ਸਮਝ ਨਾ ਲੱਗਦੀ ਹੋਵੇ ਕਿ ਉਹ ਕੀ ਕਰੇ, ਕਿਹੜੇ ਕਾਲਜ ਚੂਜ਼ ਕਰੇ, ਤਾਂ ਇੱਥੇ ਆ ਕੇ ਜਿਸ ਦਿਨ ਸੈਮੀਨਾਰ ਉਹ ਆ ਕੇ ਆਪਣੀ ਕਾਉਂਸਲਿੰਗ ਇੱਥੋਂ ਕਰਵਾ ਸਕਦਾ ਅਤੇ ਸਾਰੀ ਉਹਨੂੰ ਗਾਈਡੈਂਸ ਦਿੱਤੀ ਜਾਏਗੀ ਵੀ ਉਹਨੂੰ ਕੀ ਅੱਗੇ ਕਰਨਾ ਚਾਹੀਦਾ, ਕਿਹੜੇ ਕੰਟਰੀ 'ਚ ਜਾਣਾ ਚਾਹੀਦਾ। ਹਰੇਕ ਕੰਟਰੀ ਵਾਸਤੇ ਇਹ ਸੈਮੀਨਾਰ ਇੱਥੇ ਇਹਨਾਂ ਵੱਲੋਂ ਲਗਾਇਆ ਜਾਏਗਾ ਅਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦਾ ਜੋ ਪ੍ਰੋਸੈਸ ਹੈ ਬਿਲਕੁਲ ਫ੍ਰੀ ਕੀਤਾ ਜਾਏਗਾ, ਚਾਹੇ ਉਹ ਵੀਜ਼ਾ ਦੀ ਫਾਈਲਿੰਗ ਹੋਵੇ, ਚਾਹੇ ਆਇਲਸ ਹੋਵੇ। ਆਇਲਸ ਵੀ 15 ਦਿਨਾਂ ਵਾਸਤੇ ਫ੍ਰੀ ਬੱਚਿਆਂ ਨੂੰ ਇੱਥੇ ਕਰਾਈ ਜਾਏਗੀ। ਤਾਂ ਵਧੇਰੇ ਅਪਡੇਟਸ ਸੀ, ਸਾਨੂੰ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ, ਲੁਧਿਆਣਾ ਟਾਈਮਸ।